ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸ਼ੁਰੂਆਤ ਕਰਦੇ ਹਾਂ। ਪੰਜਾਬ ਵਿੱਚ ਇਸ ਵੇਲੇ ਇਲੈਕਸ਼ਨਾਂ ਦਾ ਮਾਹੌਲ ਹੈ ਤੇ ਪੰਜਾਬ ਦੀ ਪਾਵਰ ਗੇਮ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਹਾਵੀ ਹੋ ਰਹੇ ਨੇ, ਕਿਹੜੇ-ਕਿਹੜੇ ਘਟਨਾਕ੍ਰਮ ਰੋਜ਼ਾਨਾ ਦੇ ਆਧਾਰ ਤੇ ਦੇਖਣ ਨੂੰ ਮਿਲਦੇ ਨੇ। ਸਾਬਕਾ ਡੀਜੀਪੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਵੱਲੋਂ ਦਿੱਤੇ ਭੜਕਾਊ ਬਿਆਨ ਨੂੰ ਲੈ ਕੇ ਅੱਜ ਇੱਕ FIR ਦਰਜ ਹੋ ਗਈ। ਬੀਤੇ ਦਿਨੀ ਸਾਬਕਾ ਡੀਜੀਪੀ ਤੇ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਦਰਅਸਲ ਇੱਕ ਬਿਆਨ ਦਿੱਤਾ ਸੀ, ਜਿਸ ਨੂੰ ਲੈ ਕੇ ਇਸ ਮਸਲੇ ਨੂੰ ਮੁਸਤਫਾ ਤੇ ਜਾਣਬੁੱਝ ਕੇ ਫਿਰਕੂ ਰੰਗਤ ਦੇਣ ਦੇ ਇਲਜ਼ਾਮ ਲੱਗੇ, ਜਿਸ ਤੋਂ ਬਾਅਦ FIR ਤੱਕ ਦਰਜ ਕਰਵਾ ਦਿੱਤੀ गई। मेरे जलसे के बराबर में अगर फितनों को इजाजत दी गई तो मैं ऐसे हालात पैदा कर दूंगा कि संभालना मुश्किल हो जाएगा। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੂੰ ਇਹ ਬਿਆਨ ਦੇਣਾ ਕਿਤੇ ਨਾ ਕਿਤੇ ਮਹਿੰਗਾ ਪੈ ਗਿਆ। ਇਸ ਬਿਆਨ ਨੂੰ ਲੈ ਕੇ ਮੁਹੰਮਦ ਮੁਸਤਫਾ ਤੇ ਮਲੇਰਕੋਟਲਾ 'ਚ FIR ਦਰਜ ਹੋ ਗਈ ਤੇ IPC ਧਾਰਾ 153 ਅਤੇ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 125 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਦਰਅਸਲ ਬੀਤੇ ਦਿਨੀ ਜਨ ਸਭਾ 'ਚ ਆਪ ਵਰਕਰਾਂ ਨੂੰ ਧਮਕੀ ਦਿੰਦਿਆਂ ਇਹ ਭੜਕਾਊ ਬਿਆਨ ਦਿੱਤਾ ਸੀ। जिला पुलिस और जिला प्रशासन को भी बताना चाहता हूँ, अगर दोबारा ऐसी हरकत हुई मेरे जलसे के बराबर में अगर फितनों को इजाजत दी गई तो मैं ऐसे हालात पैदा कर दूंगा कि संभालना मुश्किल हो जाएगा। उधर FIR तो बाद मुहम्मद मुस्तफा तो इस टिप्पणी बारे पूछा तो उन्होंने हिंदू मुसलमान का कोई भी मसला नहीं दस्या, जानबूझ के इस नूं फिरकू रंगत दी जा रही है। कहा जिस तरीके से उसको, जिस तरीके से नहीं, कोई तरीका ही नहीं है। न तो वहाँ पे हिंदू मुस्लिम कोई सवाल था, न वहाँ हिंदू मुस्लिम कोई ऑडियंस थी, न वहाँ कंटेक्स्ट था, न वहाँ पे संदर्भ था। कोई चीज़ वहाँ पे ऐसी थी नहीं। झाड़ू वाले भी यहाँ मुसलमान हैं, पंजे वाले भी मुसलमान हैं। जिस एरिया में हुआ वो गढ़ है मुसलमानों का, वहाँ पे एक भी हिंदू नहीं था। जो मैंने लफ्ज़ बोला है, देखिए पहले तो फोकस ये देखिए, अगर ऐसा दोबारा हुआ, मैं रिपीट कर रहा हूँ ना, अगर दोबारा ऐसी हरकत हुई तो मैं इन फितनों को जलसा नहीं करने दूंगा। फितनों को ਮੁਹੰਮਦ ਮੁਸਤਫਾ ਦੀ ਘਰਵਾਲੀ ਰਜ਼ੀਆ ਸੁਲਤਾਨਾ ਮਲੇਰਕੋਟਲਾ ਤੋਂ ਕਾਂਗਰਸ ਦੀ ਉਮੀਦਵਾਰ ਨੇ ਤੇ ਖੁਦ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵੀ ਨੇ। ਮੁਸਤਫਾ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਭਾਜਪਾ ਨੇ ਇਤਰਾਜ਼ ਜਤਾਇਆ ਸੀ ਤੇ ਚੋਣ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ ਸੀ। ਬਾਕੀ ਵਿਰੋਧੀ ਪਾਰਟੀਆਂ ਤੋਂ ਵੀ ਸਾਬਕਾ ਡੀਜੀਪੀ ਦੇ ਬਿਆਨ ਤੇ ਵਿਰੋਧ ਜਤਾਇਆ ਜਾ ਰਿਹਾ ਹੈ। ਮਲੇਰਕੋਟਲਾ ਤੋਂ ਰਾਜੀਵ ਸ਼ਰਮਾ ਦੇ ਨਾਲ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਇੱਕ ਪਾਸੇ ਮੁਹੰਮਦ ਮੁਸਤਫਾ ਨੇ ਬਿਆਨ ਦਿੱਤਾ ਤਾਂ ਉਹਨਾਂ ਦੇ ਵਿਵਾਦਿਤ ਬਿਆਨ ਨੇ ਪੰਜਾਬ ਦੀ ਸਿਆਸਤ ਨੂੰ ਵੀ ਗਰਮਾ ਦਿੱਤਾ। ਆਪਣਿਆਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਵੀ ਮੁਸਤਫਾ ਨੂੰ ਨਿਸ਼ਾਨੇ ਤੇ ਲੈ ਆਈਆਂ। ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਮੁਸਤਫਾ ਦੇ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ। What is, मैं सुने होता, that man deserves to be arrested and he is completely ruining the atmosphere of Punjab and what he's doing and making these sort of charges about this thing. That man has no right to be outside. I hope the election commission will take full notice and ਇਹਨੂੰ ਫੜ ਕੇ ਅੰਦਰ ਕਰ। ਮੁਹੰਮਦ ਮੁਸਤਫਾ ਨੇ ਜੋ ਇੱਥੇ ਗੰਦ ਪਾਇਆ, ਇੱਕ ਤਾਂ ਉਹਦੇ 'ਚ ਹੰਕਾਰ ਬਹੁਤ ਹੈ। ਉਦੋਂ ਦਾ ਪੁਲਿਸ ਵਾਲਾ ਸੀ, ਹੁਣ ਸਾਬਕਾ ਹੋ ਗਿਆ। ਸਾਬਕਾ ਨੂੰ ਨਾ ਸਿਪਾਹੀ ਨਹੀਂ ਸੱਚੀ ਗੱਲ ਲਾਉਂਦਾ। ਇਹਦਾ ਮੈਨੂੰ ਦਿਮਾਗ ਖਿੱਲਿਆ ਪਿਆ। कब आप डीजीपी रहे हैं और आपकी भावना ऐसी है, एक धर्म के प्रति ऐसी आस्था है, इसका मतलब है आपके काल के अंदर जो भी घटनाएं घटी होंगी आपने इसी तरीके से आपने न्याय किया होगा कि एक वर्ग को दबाया जाए और अपने वर्ग को उभारा जाए, चाहे वह न्याय के अनुकूल करता हो या ना करता हो। आज से 2 दिन पहले माहौल बिगाड़ने की कोशिशें करी पंजाब का और ऐसे भड़काऊ बयान दिए जिससे समाज में जहर घोला जाए, पंजाब को धर्म के नाम पे बांटने की कोशिश करी। आम आदमी पार्टी ने इन बयानों की कंप्लेंट इलेक्शन कमीशन से लेकर पंजाब पुलिस तक करी।
ਕਿ ਮੇਰੇ ਹਿਸਾਬ ਦੇ ਨਾਲ ਕੋਈ ਹੋਵੇ, ਕੋਈ ਅਗਰ ਪੰਜਾਬੀਅਤ ਦੇ ਫੈਬਰਿਕ ਨੂੰ ਤੋੜੇਗਾ ਤੇ ਪੰਜਾਬ ਉਹਦੇ ਅੱਗੇ ਖੜਾ ਹੋਏਗਾ ਚੱਟਾਨ ਵਾਂਗ। ਔਰ ਪੰਜਾਬ ਆਪਸੀ ਭਾਈਚਾਰੇ ਨਾਲ, ਪ੍ਰੇਮ ਨਾਲ, ਜ਼ਾਤ ਪਾਤ ਤੋਂ ਉੱਤੇ ਉੱਠ ਕੇ, ਧਰਮਾਂ ਤੋਂ ਉੱਤੇ ਉੱਠ ਕੇ ਖੜੇਗਾ। ਚੋਣਾਂ ਨੂੰ 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਤੇ ਸਿਆਸਤਦਾਨਾਂ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਮੁੜ ਤੋਂ ਆਮੋ ਸਾਹਮਣੇ ਹੋਏ ਨੇ ਤੇ ਕੈਪਟਨ ਸਿੱਧੂ ਨੂੰ ਸਰਕਾਰ ਚਲਾਉਣ ਲਈ ਨਾਕਾਬਿਲ ਦੱਸ ਰਹੇ ਨੇ ਤਾਂ ਸਿੱਧੂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਕੈਪਟਨ ਤੇ ਤੰਜ ਕੱਸੇ ਨੇ। ਮੈਂ ਕਿਹਾ ਉਹ ਆਤਮਤਾਈ ਬਣ ਗਿਆ ਵੀ ਸਿੱਧੂ ਨੂੰ ਜਿੱਤਣ ਜਾਣਾ, ਵੋਟਾਂ ਪਾਉਣ ਜਾਊਗਾ, ਹਿੱਲਿਆ ਜਾਂਦਾ ਨਹੀਂ ਹੱਥ ਐ ਕਰਦੇ ਨੇ, ਕਰਨਗੇ ਤੁਹਾਡੇ ਖਿਲਾਫ। ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਹੈ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਆਗੂ ਪਹਿਲਾਂ ਵੀ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਨੇ। ਇਹ ਦੋਵੇਂ ਆਗੂ ਇੱਕ ਦੂਜੇ ਤੇ ਹਮਲਾ ਬੋਲਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਚਲਾਉਣ ਲਈ ਸਿੱਧੂ ਨੂੰ ਨਾਕਾਬਿਲ ਦੱਸਿਆ। ਉਧਰ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਅੰਦਾਜ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇ ਦਿੱਤਾ। Navjot Sidhu was the only minister I dropped because he was incompetent. ਉਹ ਬਿਲਕੁਲ incompetent ਸੀ। ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਆਪਣਾ 6-7 ਮਹੀਨੇ ਹੀ ਆਪਣੀ ਫਾਈਲਾਂ ਨਹੀਂ ਕਵਰ ਕੀਤੀਆਂ। So the man is totally incompetent. ਇਹਦੀ ਔਕਾਤ ਕੀ ਹੈ? ਸਾਬਕਾ ਸੀਐਮ ਹੈ। ਪੱਲੇ ਸਾਬਕਾ ਸੀਐਮ ਹੋਵੇ, ਪੱਲੇ ਨਾਲ ਤੇਲ ਨਾ ਕੜਾਈ ਬਣਾਉਣ ਚੱਲਿਆ ਮਠਾਈ। ਮਤਲਬ ਪੱਲੇ ਕੀ ਹੈ ਇਹਦੇ? 5 ਸੀਟਾਂ ਜਿੱਤ ਜੂ ਤੁਹਾਡੇ ਜੁਮਾ ਦੇ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਦੋਵੇਂ ਸਿਆਸਤਦਾਨ ਆਮੋ ਸਾਹਮਣੇ ਹੋਏ ਹੋਣ। ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਦੋਂ ਵੀ ਸਿੱਧੂ ਕੈਪਟਨ ਖਿਲਾਫ ਬਾਗੀ ਤੇਵਰ ਦਿਖਾਉਂਦੇ ਰਹੇ ਨੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਚੁੱਕੇ ਨੇ ਤੇ ਹੁਣ ਇਹ ਸ਼ਬਦੀ ਹਮਲੇ ਹੋਰ ਵੀ ਤਿੱਖੇ ਹੋ ਗਏ ਨੇ। ਚੰਡੀਗੜ੍ਹ ਤੋਂ ਗੌਰਵ ਸ਼ੁਕਲਾ ਦੇ ਨਾਲ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਪੰਜਾਬ 'ਚ ਚੋਣ ਸਰਗਰਮੀਆਂ ਦੇ ਵਿੱਚ ਈਡੀ ਦੀ ਛਾਪੇਮਾਰੀ ਤੇ ਵੀ ਘਮਾਸਾਨ ਜਾਰੀ ਹੈ। ਉਧਰ ਕੇਜਰੀਵਾਲ ਨੇ ਆਪਣੇ ਹੀ ਮੰਤਰੀ ਸਤਿੰਦਰ ਜੈਨ ਦੀ ਗ੍ਰਿਫਤਾਰੀ ਦਾ ਅੰਦੇਸ਼ਾ ਜਤਾਇਆ ਹੈ। ਉਹਨਾਂ ਨੇ ਇੱਕ ਵਾਰ ਫਿਰ ਸੀਐਮ ਚੰਨੀ ਤੇ ਹਮਲਾ ਵੀ ਬੋਲਿਆ। आने वाले कुछ दिनों में ईडी सत्येंद्र जैन जी को गिरफ्तार करने वाली है। उनका स्वागत है। ਈਡੀ ਦੀ ਛਾਪੇਮਾਰੀ ਦੇ ਬਹਾਨੇ ਕੇਜਰੀਵਾਲ ਲਗਾਤਾਰ ਸੀਐਮ ਚੰਨੀ ਤੇ ਨਿਸ਼ਾਨੇ ਸਾਧ ਰਹੇ ਨੇ ਤੇ ਹੁਣ ਪੰਜਾਬ ਚੁਣਾਵ ਤੋਂ ਪਹਿਲਾਂ ਕੇਜਰੀਵਾਲ ਨੂੰ ਆਪਣੇ ਹੀ ਮੰਤਰੀ ਸਤਿੰਦਰ ਜੈਨ ਦੀ ਗ੍ਰਿਫਤਾਰੀ ਦਾ ਖਦਸ਼ਾ ਸਤਾਉਣ ਲੱਗਿਆ ਹੈ। ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਹੈ ਕਿ ਨਾ ਤਾਂ ਉਹ ਈਡੀ ਦੀ ਛਾਪੇਮਾਰੀ ਤੋਂ ਡਰਦੇ ਨੇ ਅਤੇ ਨਾ ਹੀ ਜੇਲ੍ਹ ਜਾਣ ਤੋਂ। आने वाले कुछ दिनों में ईडी सत्येंद्र जैन जी को गिरफ्तार करने वाली है। उनका स्वागत है। सत्येंद्र जैन के ऊपर पहले भी केंद्र सरकार 2 बार रेड करवा चुकी है। उन रेड में उन्हें कुछ नहीं मिला। फिर से वो अगर आना चाहते हैं, उनका बहुत बहुत स्वागत है। ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਜੰਮ ਕੇ ਹਮਲਾ ਬੋਲਿਆ ਤੇ ਲੱਗੇ ਹੱਥ ਸੀਐਮ ਚੰਨੀ ਨੂੰ ਵੀ ਨਹੀਂ ਬਖਸ਼ਿਆ। ਕੇਜਰੀਵਾਲ ਨੇ ਕਿਹਾ ਕਿ ਚੰਨੀ ਦੀ ਤਰ੍ਹਾਂ ਉਹ ਈਡੀ ਦੀ ਛਾਪੇਮਾਰੀ ਤੋਂ ਡਰਨਗੇ ਨਹੀਂ ਅਤੇ ਉਹਦਾ ਡਟ ਕੇ ਮੁਕਾਬਲਾ ਕਰਨਗੇ। हमें ना जेल जाने से डर लगता, ना आपकी रेड से डर लगता है। हम चन्नी जी की तरह रोएंगे नहीं, हम चन्नी जी की तरह बौखलाएंगे नहीं। बुरी तरह से बौखलाए हुए चन्नी जी। हाय रे, मर गया रे, मेरे ऊपर रेड कर दी रे, मेरे रिश्तेदारों पे रेड कर दी रे। क्यों बौखलाए हुए हैं? वो बौखलाए हुए हैं क्योंकि उन्होंने गलत काम किए हैं, उनकी गलतियां पकड़ी गई। मैं तो देखो पंजाब में इलेक्शन है, पॉलिटिक्स ही है। अब देखो पंजाब के इलेक्शन आ रहे हैं तो इसकी वजह से लगता है। पिछली बार भी पंजाब इलेक्शन से पहले ही स्टार्ट हुआ था, तो मेरे यहाँ पे रेड वेड हुई थी, तब भी पंजाब इलेक्शन थे। 2017 में पंजाब इलेक्शन से पहले हुआ था, अब फिर पंजाब इलेक्शन है दोबारा से लगता है। ਸਵਾਲ ਇਹ ਹੈ ਕਿ ਆਪਣੇ ਹੀ ਮੰਤਰੀ ਦੀ ਗ੍ਰਿਫਤਾਰੀ ਦਾ ਖਦਸ਼ਾ ਜਤਾਉਣ ਵਾਲੇ ਕੇਜਰੀਵਾਲ ਦਾ ਇਹ ਪੋਲੀਟੀਕਲ ਸਟੰਟ ਹੈ ਜਾਂ ਫਿਰ ਪੰਜਾਬ ਚੁਣਾਵ ਤੋਂ ਪਹਿਲਾਂ ਅੰਧੇਰੇ ਵਿੱਚ ਛੱਡਿਆ ਗਿਆ ਇੱਕ ਤੀਰ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਸੀਐਮ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਦੀ ਰੇਡ ਪਈ ਤੇ ਕਰੀਬ 10 ਕਰੋੜ ਦੀ ਬਰਾਮਦਗੀ ਹੋਈ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਸੀਐਮ ਚੰਨੀ ਤੇ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਨੇ। ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਰੇਤ ਮਾਫੀਆ ਦੇ ਨਾਲ-ਨਾਲ ਮੀਟੂ ਕੇਸ ਨੂੰ ਲੈ ਕੇ ਵੀ ਸੀਐਮ ਚੰਨੀ ਤੇ ਨਿਸ਼ਾਨੇ ਸਾਧੇ। ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪੇ ਤੋਂ ਬਾਅਦ ਸੀਐਮ ਚੰਨੀ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ। ਬੀਤੇ ਦਿਨ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਮਾਈਨਿੰਗ ਨੂੰ ਲੈ ਕੇ ਸੀਐਮ ਚੰਨੀ ਨੂੰ ਘੇਰਿਆ ਸੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੰਨੀ ਤੇ ਸਵਾਲ ਚੁੱਕੇ ਨੇ। ਕੈਪਟਨ ਨੇ ਕਿਹਾ ਕਿ ਮਾਈਨਿੰਗ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਚੰਨੀ ਦਾ ਰੇਤ ਮਾਫੀਆ ਪਿੱਛੇ ਹੱਥ ਸੀ। ਨਾਲ ਹੀ ਮੀਟੂ ਮਾਮਲੇ ਵਿੱਚ ਵੀ ਕੈਪਟਨ ਨੇ ਸੀਐਮ ਚੰਨੀ ਨੂੰ ਘੇਰਿਆ। ਪਤਾ ਲੱਗਿਆ ਕਿ ਉੱਥੇ ਕਈ ਪਾਰਟੀਆਂ ਇਨਵੋਲਵ ਹੋਈਆਂ ਨੇ ਐਂਡ ਜਿੱਥੇ ਤਾਈਂ ਚੰਨੀ ਦਾ ਮਸਲਾ ਹੈ, there was at that stage his name did feature। ਉਹਦੇ ਤੇ ਹੋਰ ਇੱਕ ਦੋ ਬੰਦਿਆਂ ਦਾ ਨਾਮ ਆਇਆ ਸੀ ਉਹਦੇ ਵਿੱਚ ਐਂਡ that was handed over to the investigation team। now ਇਹ ਜ਼ਰੂਰ ਉਹਨਾਂ ਦਾ ਹੱਥ ਉਹਦੇ ਵਿੱਚ ਸੀਗਾ। ਇਲਜ਼ਾਮਬਾਜ਼ੀਆਂ ਦਾ ਦੌਰ ਚੱਲ ਰਿਹਾ ਤਾਂ ਕੇਜਰੀਵਾਲ ਵੀ ਸੀਐਮ ਚੰਨੀ ਨੂੰ ਘੇਰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਮੰਤਰੀ ਦੇ ਰੇਡ ਦਾ ਸ਼ੱਕ ਜ਼ਾਹਿਰ ਕਰਦਿਆਂ ਸੀਐਮ ਚੰਨੀ ਨੂੰ ਨਿਸ਼ਾਨਾ ਬਣਾਇਆ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਜੋ ਮਰਜ਼ੀ ਕਰੇ ਪਰ ਅਸੀਂ ਸੀਐਮ ਚੰਨੀ ਵਾਂਗ ਬੁਖਲਾਵਾਂਗੇ नहीं। ईडी सत्येंद्र जैन जी को गिरफ्तार करने वाली है। सत्येंद्र जैन के ऊपर पहले भी केंद्र सरकार 2 बार रेड करवा चुकी है। हम चन्नी जी की तरह रोएंगे नहीं, हम चन्नी जी की तरह बौखलाएंगे नहीं। बुरी तरह से बौखलाए हुए चन्नी जी, हाय रे मर गया रे, मेरे ऊपर रेड कर दी रे, मेरे रिश्तेदारों पे रेड कर दी रे। क्यों बौखलाए हुए हैं? वो बौखलाए हुए हैं क्योंकि उन्होंने गलत काम किए हैं, उनकी गलतियां पकड़ी गई है। ਸੀਐਮ ਚੰਨੀ ਤੇ ਇਲਜ਼ਾਮ ਲੱਗ ਰਹੇ ਸਨ ਤਾਂ ਇਸੇ ਵਿਚਾਲੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਤੇ ਈਡੀ ਵੱਲੋਂ ਕੀਤੀ ਰੇਡ ਦੀ ਟਾਈਮਿੰਗ ਤੇ ਸਵਾਲ ਚੁੱਕੇ ਨੇ। 2018 का केस है। 2018 पे कैप्टन अमरिंदर सिंह ने केस डाला था, तो भाई आज उस केस में जिनके नाम थे उन पे तो कोई कार्रवाई नहीं। फिर इलेक्शन के 15 दिन पहले आप ये सब कुछ करोगे तो पॉलिटिकल वेंडेटा ही लगेगा। करना था 2018 में करते। ਬੀਤੇ ਦਿਨੀ ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਈਡੀ ਨੇ ਰੇਡ ਕੀਤੀ ਸੀ, ਜਿਸ ਦੌਰਾਨ ਕਰੀਬ 10 ਕਰੋੜ ਰੁਪਏ ਬਰਾਮਦ ਕੀਤੇ ਗਏ ਤਾਂ ਉਸ ਤੋਂ ਬਾਅਦ ਹੀ ਸੀਐਮ ਚੰਨੀ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਤੇ ਹੁਣ ਕੈਪਟਨ ਤੇ ਕੇਜਰੀਵਾਲ ਨੇ ਸੀਐਮ ਚੰਨੀ ਨੂੰ ਕਰੜੇ ਹੱਥੀ ਲਿਆ ਹੈ। ਚੰਡੀਗੜ੍ਹ ਤੋਂ ਗੌਰਵ ਸ਼ੁਕਲਾ ਤੇ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਭਾਜਪਾ ਤੇ ਢੀਂਡਸਾ ਤੋਂ ਬਾਅਦ ਹੁਣ ਗੱਠਜੋੜ ਦੇ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਜਾਰੀ ਕਰ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ 22 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਸ 'ਚ ਉਹਨਾਂ ਨੇ ਕਈ ਵੱਡੇ ਚਿਹਰਿਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਨਕੋਦਰ ਤੋਂ ਸਾਬਕਾ ਹਾਕੀ ਕੈਪਟਨ ਅਜੀਤਪਾਲ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਭਾਜਪਾ ਤੇ ਢੀਂਡਸਾ ਨਾਲ ਮਿਲ ਕੇ ਚੁਣਾਵ ਲੜ ਰਹੇ ਨੇ। ਬੀਤੇ ਦਿਨ ਭਾਜਪਾ ਤੇ ਢੀਂਡਸਾ ਗਰੁੱਪ ਨੇ ਟਿਕਟਾਂ ਦਾ ਐਲਾਨ ਕੀਤਾ ਸੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕਈ ਵੱਡੇ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੁੱਲ 22 ਹਲਕਿਆਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਮਾਲਵਾ ਖੇਤਰ ਦੇ 17, ਮਾਝਾ ਦੇ 2 ਤੇ ਦੁਆਬਾ ਦੇ 3 ਹਲਕੇ ਸ਼ਾਮਿਲ ਨੇ। कैंडिडेट अनाउंस कर रहे हैं मेरे 2 ने माझे तो 3 दुआबे तो और 17 मालवे तो एंड असी सैकेंड राउंड असी 2-3 दिन विच करांगे। वी हैव अ वेरी गुड। ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਖੁਦ ਚੋਣ ਲੜਨਗੇ, ਜਦਕਿ ਪਟਿਆਲਾ ਦਿਹਾਤੀ ਤੋਂ ਮੇਅਰ ਸੰਜੀਵ ਬਿੱਟੂ ਨੂੰ ਉਮੀਦਵਾਰ ਐਲਾਨਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨਕੋਦਰ ਤੋਂ ਸਾਬਕਾ ਹਾਕੀ ਕਪਤਾਨ ਅਜੀਤਪਾਲ ਨੂੰ ਟਿਕਟ ਦਿੱਤੀ ਗਈ ਹੈ। ਉਧਰ ਮਲੇਰਕੋਟਲਾ ਤੋਂ ਸਾਬਕਾ ਵਿਧਾਇਕ ਫਰਜ਼ਾਨਾ ਆਲਮ ਨੂੰ ਉਮੀਦਵਾਰ ਐਲਾਨਿਆ ਗਿਆ ਹੈ। मैं तो क्या मैं आप है प्यारे शहर ਤੁਸੀਂ ਕਿਸੇ ਹੋਰ ਨੂੰ ਚਾਹੁੰਦੇ ਹੋ? ਨਹੀਂ, ਨਵਜੋਤ ਸਿੰਘ ਸਿੱਧੂ ਨੂੰ ਮੈਂ ਕਿਹਾ ਸੀ ਉਹਨੂੰ ਜਿੱਤਣ ਨਹੀਂ ਦੇਣਾ ਔਰ ਨਾ ਜਿੱਤਣ ਦੇਣਾ।
ਇਸ ਵਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਗੱਠਜੋੜ ਕਰਕੇ ਚੁਣਾਵ ਲੜ ਰਹੇ ਨੇ, ਜਿਸ ਨੂੰ ਲੈ ਕੇ ਤਿੰਨੋਂ ਭਾਈਵਾਲ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਨੇ। ਭਾਜਪਾ ਨੇ 35, ਢੀਂਡਸਾ ਗਰੁੱਪ ਨੇ 12 ਤੇ ਕੈਪਟਨ ਨੇ ਹਾਲੇ ਤੱਕ 22 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਜਲਦੀ ਹੀ ਐਲਾਨ ਕਰਨ ਦੀ ਗੱਲ ਕਹੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਦੇਰ ਰਾਤ ਤੱਕ ਚੱਲੇ ਹੰਗਾਮੇ ਤੋਂ ਬਾਅਦ ਡੀਐਸਜੀਐਮਸੀ ਨੂੰ ਨਵਾਂ ਪ੍ਰਧਾਨ ਆਖਿਰ ਮਿਲ ਹੀ ਗਿਆ। ਡੀਐਸਜੀਐਮਸੀ ਤੇ ਮੁੜ ਤੋਂ ਅਕਾਲੀ ਦਲ ਦਾ ਕਬਜ਼ਾ ਹੋਇਆ। ਹਰਮੀਤ ਕਾਲਕਾ ਨੂੰ ਪ੍ਰਧਾਨ ਬਣਾਇਆ ਗਿਆ ਤੇ ਜਗਦੀਪ ਸਿੰਘ ਕਾਲੋਂ ਜਨਰਲ ਸਕੱਤਰ ਬਣੇ ਨੇ। ਨਾਅਰੇਬਾਜ਼ੀ, ਹੰਗਾਮਾ ਤੇ ਬਵਾਲ। ਵਿਰੋਧ ਦੀਆਂ ਇਹ ਤਸਵੀਰਾਂ ਕਿਸੇ ਸਿਆਸੀ ਅਖਾੜੇ ਤੋਂ ਘੱਟ ਨਹੀਂ। ਡੀਐਸਜੀਐਮਸੀ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਇੰਨੀ ਆਸਾਨ ਨਹੀਂ ਸੀ। ਕਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਮਰਿਆਦਾ ਹੀ ਨਹੀਂ ਪਤਾ। ਹਾਲਾਤ ਹੀ ਕੁਝ ਅਜਿਹੇ ਸੀ ਕਿ ਪੁਲਿਸ ਨੂੰ ਮੋਰਚਾ ਸੰਭਾਲਣਾ ਪਿਆ। ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਇਸ ਦੇ ਕੁਝ ਦੇਰ ਬਾਅਦ ਹੀ ਬਵਾਲ ਸ਼ੁਰੂ ਹੋ ਗਿਆ। अपने मैंबरों में सब तो बेईमान जरा उसी उन्होंने प्रोटोटाइप चेयरमैन बनाया। पहली वोट पै गई, दूसरी वोट जिले पानी सी जिसनों इन्होंने खरीदिया सी। इन्होंने आज 12 घंटे हो गए पुलिस बुला के पिछले 2 घंटे से सानू कसीर के बाहर कटवा के उन्होंने कर आगे क्या पुलिस सानू धक्के नाल बाहर कट रही है। मैं समझदा कि बहुत वड्डी जाती साडे नाल करदी पई है। नकली वोटां पवा के बादल दल दी कमेटी बना रही है और ये सरसा काल का ਜ਼ਿੰਮੇਵਾਰ ਨੇ। ਹੰਗਾਮੇ ਤੋਂ ਬਾਅਦ ਅਰਧ ਸੈਨਿਕ ਬਲ ਤੇ ਪੁਲਿਸ ਬਲ ਬੁਲਾਉਣ ਦੀ ਨੌਬਤ ਆ ਗਈ। ਪ੍ਰਧਾਨਗੀ ਅਹੁਦੇ ਦੇ ਲਈ ਇੱਕ ਪਾਸੇ ਹਰਮੀਤ ਸਿੰਘ ਕਾਲਕਾ ਤਾਂ ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਮੈਦਾਨ 'ਚ ਸੀ, ਪਰ ਸਰਨਾ ਗੁੱਟ ਨੇ ਚੋਣਾਂ 'ਚ ਧਾਂਦਲੀ ਦੇ ਆਰੋਪ ਲਾਏ। ਉੱਥੇ ਸੋਸ਼ਲ ਮੀਡੀਆ ਤੇ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਰਿਹਾ। ਬੂਥ ਕੈਪਚਰਿੰਗ ਤੱਕ ਦੇ ਆਰੋਪ ਲੱਗੇ। ਹਾਲਾਂਕਿ ਅਖੀਰ 'ਚ ਜਦ ਚੋਣਾਂ ਦੇ ਨਤੀਜੇ ਆਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਕਾਲਕਾ ਨੂੰ ਹੀ ਜਿੱਤ ਮਿਲੀ। ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ ਅਤੇ ਸਰਦਾਰ ਮਨਜੀਤ ਸਿੰਘ ਜੀਕੇ ਉਹਨਾਂ ਦੀ ਨਾਲ ਸਹਿਯੋਗੀਆਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਿਰਾਦਰ ਕਰਦੇ ਹੋਏ ਜਿਸ ਤਰੀਕੇ ਦੇ ਨਾਲ ਸ਼ਬਦਾਵਲੀਆਂ ਵਰਤੀਆਂ, ਹੁੱਲੜਬਾਜ਼ੀ ਕੀਤੀਆਂ, ਨਾਅਰੇਬਾਜ਼ੀਆਂ ਕੀਤੀਆਂ ਔਰ ਦਿੱਲੀ ਦੀ ਸੰਗਤ ਦੇ ਵਿੱਚ ਇਹਦਾ ਬੜਾ ਵੱਡਾ ਰੋਸ਼ ਹੈ। ਔਰ ਇਹਦਾ ਦੇਖਦੇ ਹੋਏ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਤਲਬ ਕਰਨ ਵਾਸਤੇ ਵੀ ਕਿਹਾ। ਡੀਐਸਜੀਐਮਸੀ ਪ੍ਰਧਾਨ ਦੇ ਅਹੁਦੇ ਲਈ ਹਰਮੀਤ ਸਿੰਘ ਕਾਲਕਾ ਨੂੰ 29 ਵੋਟਾਂ ਮਿਲੀਆਂ। ਇਸ ਤੋਂ ਬਾਅਦ ਸਮਰਥਕਾਂ 'ਚ ਜਸ਼ਨ ਦਾ ਦੌਰ ਸ਼ੁਰੂ ਹੋ ਗਿਆ। ਪਰ ਜਿਸ ਤਰ੍ਹਾਂ ਨਾਲ ਬੰਦੂਕਾਂ ਦੇ ਸਾਏ ਦੇ ਵਿੱਚ ਪ੍ਰਧਾਨਗੀ ਅਹੁਦੇ ਦੀ ਚੋਣ ਹੋਈ, ਉਹ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਈ। ਦਿੱਲੀ ਤੋਂ ਰਵੀ ਮਿਸ਼ਰਾ, ਨਿਊਜ਼ 18 ਪੰਜਾਬ। ਤੇ ਸਾਡੀ ਇਸ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।